हाँ जी स्टूडेंट्स, वेलकम करते हैं ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਲਈ BA ਸਮੈਸਟਰ ਫਸਟ ਦਾ ਜਿਹੜਾ ਕਿ ਨਾਵਲ ਹੈਗਾ ਪੰਜਾਬੀ ਲਿਟਰੇਚਰ ਦੇ ਵਿੱਚ ਹਨੇਰੇ ਰਾਹ, ਇਸ ਨਾਵਲ ਦਾ ਵਿਸ਼ਾ ਵਸਤੂ ਲੈ ਕੇ ਆਇਆ ਤੇ ਵਿਸ਼ਾ ਵਸਤੂ ਤੇ ਇਹਦਾ ਕਥਾਨਕ, ਇਹ ਦੋਨੋਂ ਕੁਐਸਚਨ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ। ਤੇ ਸਟੂਡੈਂਟਸ ਆਪਾਂ ਇਹਦੇ ਸ਼ਾਰਟ ਕੁਐਸਚਨ ਆਲਰੇਡੀ ਅਪਲੋਡ ਕਰ ਚੁੱਕੇ ਹਾਂ। ਇਸ ਵੀਡੀਓ ਦੇ ਵਿੱਚ ਨਾਵਲ ਦਾ ਵਿਸ਼ਾ ਵਸਤੂ ਤਾਂ ਜਾਂ ਪੁੱਛਿਆ ਜਾਵੇ ਵੀ ਕਿਹੜੀ ਸਮੱਸਿਆ ਨੂੰ ਪੇਸ਼ ਕੀਤਾ ਗਿਆ, ਠੀਕ ਹੈ, ਤਾਂ ਤੁਸੀਂ ਇਹ ਆਨਸਰ ਲਿਖਣਾ ਜਿਹੜਾ ਆਪਾਂ ਕਰਾਂਗੇ। ਤੇ ਇਸ ਤੋਂ ਇਲਾਵਾ ਆਪਾਂ ਜਿਹੜੇ ਕਿ ਇਸ ਦੇ ਵਿੱਚ ਕਰਾਂਗੇ ਇਹਦਾ ਕੁਐਸਚਨ ਕਥਾਨਕ ਵਾਲਾ, ਕਿਉਂਕਿ ਇਹ ਵੀ ਕੁਐਸਚਨ ਇੰਪੋਰਟੈਂਟ ਹੁੰਦਾ, ਠੀਕ ਹੈ। ਜਿਵੇਂ ਨਾਵਲ ਦੇ ਜਿਹੜੇ ਕਿ ਕਿੰਨੇ ਕਾਂਡ ਨੇ, 14 ਕਾਂਡ ਨੇ, ਠੀਕ ਹੈ, ਨਾਵਲ ਦਾ ਕਥਾਨਕ ਵਾਲਾ ਤੇ ਇਹ ਵਾਲਾ। ਤੇ ਇਸ ਨਾਵਲ ਦੇ ਵਿੱਚ ਪਹਿਲਾਂ ਹੈ ਕਿ ਮੈਂ ਤੁਹਾਨੂੰ ਬਰੀਫਲੀ ਥੋੜ੍ਹੀ ਜਿਹੀ ਸਟੋਰੀ ਦੱਸ ਦਿੰਦੀ, ਫਿਰ ਦਿਮਾਗ 'ਚ ਰਹਿ ਜਾਣਾ ਹੁੰਦਾ ਵੀ ਇਹਦੇ ਵਿੱਚ ਹੈ ਕੀ। ਹਾਂਜੀ, ਇਹ ਹਨੇਰੇ ਰਾਹ ਨਾਵਲ ਹੈ ਜਿਹੜਾ ਕਿ ਹਰਪ੍ਰੀਤ ਸੇਖਾ ਦੀ ਰਚਨਾ। ਇਹਦਾ ਮੁੱਖ ਵਿਸ਼ਾ ਜਿਹੜੇ ਕਿ ਪੰਜਾਬ ਤੋਂ ਕੈਨੇਡਾ ਦੇ ਵਿੱਚ ਪੱਕੀ ਤਰ੍ਹਾਂ ਵਸ ਜਾਣ ਦੇ ਲਈ ਵਿਜ਼ਿਟਰ ਵੀਜ਼ਾ ਜਿਹੜੇ ਕਿ ਲਵਾ ਕੇ ਪੰਜਾਬੀਆਂ ਨੇ ਜਿਹੜੇ ਜਾ ਰਹੇ ਨੇ ਉਹਨਾਂ ਦੇ ਜੀਵਨ ਬਾਰੇ ਦੱਸਿਆ ਗਿਆ ਵੀ ਕਿਵੇਂ ਉਹਨਾਂ ਦਾ ਜਿਹੜਾ ਕਿ ਜੀਵਨ ਹੁੰਦਾ। ਇਸ ਨਾਵਲ ਦੇ ਵਿੱਚ ਜਿਹੜਾ ਮੁੱਖ ਪਾਤਰ ਹੈਗਾ ਗੁਰਸੀਰ ਮੁੱਖ ਪਾਤਰ ਹੈ। ਤੇ ਗੁਰਸੀਰ ਦੀ ਜਿਹੜੇ ਕਿ ਸਿਸਟਰ, ਪਹਿਲਾਂ ਗੁਰਸੀਰ ਜਿਹੜੇ ਕਿ ਦੁਬਈ ਦੇ ਵਿੱਚ ਰਹਿੰਦਾ ਸੀ, ਬਟ ਉਹ ਜਿਹੜੇ ਕਿ ਵਿਆਹ ਕਰਵਾਉਣ ਆਇਆ ਸੀ ਭਾਰਤ ਦੇ ਵਿੱਚ, ਤਾਂ ਉਹਦਾ ਅਮਰਤ ਕੁੜੀ ਦੇ ਨਾਲ ਜਿਹੜੇ ਕਿ ਵਿਆਹ ਹੁੰਦਾ। ਤਾਂ ਉਸ ਤੋਂ ਬਾਅਦ ਜਿਹੜੇ ਕਿ ਵਿਆਹ ਤੋਂ ਮਹੀਨਾ ਕੁ ਬਾਅਦ ਹੀ ਜਿਹੜੇ ਕਿ ਉਹਨਾਂ ਦੇ ਘਰ ਦੇ ਵਿੱਚ ਇਹ ਦੁਰਘਟਨਾ ਹੁੰਦੀ ਹੈ ਕਿ ਉਹਦੀ ਭੈਣ ਹੈ ਜਿਹੜੀ ਕਿ ਗੁਰਸੀਰ ਦੀ, ਉਹ ਕੈਨੇਡਾ ਦੇ ਵਿੱਚ ਰਹਿ ਰਹੀ ਹੁੰਦੀ ਹੈ, ਠੀਕ ਹੈ, ਬਟ ਉਹਦੇ ਪਤੀ ਦੀ ਡੈਥ ਹੋ ਜਾਂਦੀ ਹੈ, ਜਿਸ ਕਰਕੇ ਉਹਦੇ ਪਤੀ ਦੇ ਡੈਥ ਹੋਣ ਦੇ ਸੰਸਕਾਰ ਤੇ ਜਿਹੜੇ ਕਿ ਵਿਜ਼ਿਟਰ ਵੀਜ਼ਾ ਲਗਵਾ ਕੇ ਜਿਹੜੇ ਕਿ ਗੁਰਸੀਰ ਜਾਂਦਾ। ਤਾਂ ਫਿਰ ਗੁਰਸੀਰ ਜਿਹੜੇ ਕਿ ਉੱਥੇ ਰਹਿੰਦਾ ਤੇ ਉਸ ਤੋਂ ਬਾਅਦ ਜਿਹੜੇ ਕਿ ਉਹ ਦੁਬਈ ਦੇ ਵਿੱਚ ਵੀ ਉਹ ਜਿਹੜੇ ਕਿ ਟਰੱਕ ਚਲਾਉਂਦਾ ਸੀ, ਜਿਸ ਕਰਕੇ ਉਹਦੇ ਕੋਲ ਲਾਇਸੈਂਸ ਸੀ, ਬਟ ਬਾਅਦ ਦੇ ਵਿੱਚ ਜਿਹੜੇ ਕਿ ਇਮੀਗ੍ਰੇਸ਼ਨ ਦੇ ਨਾਲ ਸਲਾਹ ਕਰਕੇ ਜਿਹੜੇ ਕਿ ਵਾਪਸ ਆ ਜਾਂਦਾ, ਕਿਉਂਕਿ ਉਹਨੂੰ LMI ਜਿਹੜੀ ਕਿ ਨਹੀਂ ਮਿਲਦੀ। ਫਿਰ ਉਹ ਬਾਅਦ ਦੇ ਵਿੱਚ ਜਿਹੜੇ ਕਿ ਇਹ ਬਹਾਨਾ ਬਣਾਉਂਦੇ ਨੇ ਕਿ ਉਹਦੀ ਸਿਸਟਰ ਇਮੀਗ੍ਰੇਸ਼ਨ ਦੇ ਨਾਲ ਸਲਾਹ ਕਰਕੇ ਕਿ ਉਹਦੀ ਸਿਸਟਰ ਨੂੰ ਡਿਪਰੈਸ਼ਨ ਆ, ਡਾਕਟਰ ਤੋਂ ਲਿਖਵਾਉਂਦੇ ਨੇ ਕਿ ਜਿਸ ਕਰਕੇ ਉਹਦਾ ਪਰਿਵਾਰਿਕ ਮੈਂਬਰ ਦਾ ਨੇੜੇ ਹੋਣਾ ਜ਼ਰੂਰੀ ਆ। ਤਾਂ ਦੁਬਾਰਾ ਤੋਂ ਗੁਰਸੀਰ ਆ ਜਿਹੜੀ ਕਿ ਕੈਨੇਡਾ ਜਾਂਦਾ। ਫਿਰ ਜਿਹੜੇ ਕਿ ਉਹਦੇ ਨਾਲ ਉੱਥੇ ਕੈਨੇਡਾ ਦੇ ਵਿੱਚ ਜਿਹੜਾ ਖੱਜਲ ਖੁਆਰੀ ਉਹਨੂੰ ਹੁੰਦੀ ਹੈ, ਠੀਕ ਆ, ਉਹ ਇਹਦੇ ਵਿੱਚ ਪੇਸ਼ ਕੀਤੀ ਗਈ। ਤੇ ਜਿਹੜਾ ਸ਼ਮਿੰਦਰ ਦੇ ਨਾਲ ਆ ਜਿਹੜੇ ਕਿ ਉਹਦੇ ਦੁਆਰਾ ਜਿਹੜੇ ਕਿ ਉਹਦਾ ਬਹੁਤ ਦੁਰਵਿਵਹਾਰ ਹੁੰਦਾ ਤੇ ਉਹਨੂੰ LMI ਜਿਹੜੇ ਕਿ ਮਿਲਣ ਦੇ ਵਿੱਚ ਬਹੁਤ ਮੁਸ਼ਕਿਲ ਆਉਂਦੇ ਨੇ, ਉਹ ਸਾਰੇ ਮੁਸ਼ਕਿਲਾਂ ਦਾ ਵਰਣਨ ਕੀਤਾ ਹੋਇਆ। ਉਸ ਤੋਂ ਬਾਅਦ ਜਿਹੜੇ ਕਿ ਨਾਲ ਦੀ ਨਾਲ ਇਸ ਸਟੋਰੀ ਦੇ ਨਾਲ ਹੀ ਇੱਕ ਜਿਹੜੀ ਕਿ ਹੋਰ ਸਟੋਰੀ ਚੱਲਦੀ ਆ, ਤੇ ਨਾਲ ਦੀ ਨਾਲ ਦੂਜੀ ਕਹਾਣੀ ਕਰਨਵੀਰ ਦੀ ਹੈ, ਜਿਹੜਾ ਸਪੇਨ ਦੇ ਵਿੱਚ ਸਟੂਡੈਂਟ ਵੀਜ਼ੇ ਦੇ 'ਤੇ ਗਿਆ ਹੋਇਆ ਸੀ, ਬਟ ਉੱਥੇ ਉਹ ਆਪਣੀ ਸਟੱਡੀ ਨਹੀਂ ਕਰਦਾ ਤੇ ਜਿਹੜੇ ਕਿ ਕੰਮ ਕਰਨ ਲੱਗ ਜਾਂਦਾ। ਉਸ ਤੋਂ ਬਾਅਦ ਜਿਹੜੇ ਕਿ ਉਹ ਕੈਨੇਡਾ ਸ਼ਿਫਟ ਹੁੰਦਾ, ਠੀਕ ਹੈ, ਕੈਨੇਡਾ ਜਾਂਦਾ ਕਿਉਂਕਿ ਉਹਨੂੰ ਲੱਗਦਾ ਕਿ ਉੱਥੇ ਉਹ ਆਪਣੇ ਘਰਦਿਆਂ ਨੂੰ ਬੁਲਾ ਸਕਦਾ, ਜਿਸ ਕਰਕੇ ਕੈਨੇਡਾ ਜਾਣ ਦੇ ਲਈ ਉਹ ਵੀ ਜਿਹੜੇ ਕਿ ਇੱਕ ਵਿਜ਼ਟਰ ਤੌਰ 'ਤੇ ਜਾਂਦਾ, ਕਿਉਂਕਿ ਉਹਦਾ ਜਿਹੜਾ ਕਿ ਚਚੇਰਾ ਭਰਾ ਹੁੰਦਾ, ਚਚੇਰੇ ਭਰਾ ਦੇ ਜਿਹੜੇ ਕਿ ਪੁੱਤਰ ਦਾ ਜਿਹੜੇ ਕਿ ਜਨਮ ਦਿਨ ਦੀ ਖੁਸ਼ੀ 'ਤੇ ਜਿਹੜੇ ਕਿ ਉਹ ਜਾਂਦਾ ਕੈਨੇਡਾ, ਠੀਕ ਹੈ। ਫਿਰ ਉਹਦਾ ਜਿਹੜੇ ਕਿ ਜੀਵਨ ਵੇਰਵਾ ਇਹਦੇ ਵਿੱਚ ਦਿੱਤਾ ਹੋਇਆ। ਤੇ ਇਸ ਨਾਵਲ ਦੇ 14 ਕਾਂਡ ਨੇ। ਹੁਣ ਆਪਾਂ ਇਹਦਾ ਵਿਸ਼ਾ ਵਸਤੂ ਕਰਦੇ ਹਾਂ ਤੇ ਫਿਰ ਕਰਾਂਗੇ ਇਹਦਾ ਕਥਾਨਕ ਵਾਲਾ ਕੁਐਸਚਨ ਇਸੇ ਵੀਡੀਓ ਦੇ ਵਿੱਚ। ਹਾਂਜੀ, ਜੇ ਤੁਹਾਨੂੰ ਪੁੱਛਿਆ ਜਾਵੇ ਵੀ ਕਿਹੜੀ ਸਮੱਸਿਆ ਵਰਣਨ ਕੀਤਾ ਹੋਇਆ ਤਾਂ ਵੀ ਤੁਸੀਂ ਇਹੀ ਲਿਖਣਾ। ਇਹ ਮੈਂ ਤੁਹਾਨੂੰ ਜਿਹੜੀ ਸਟੋਰੀ ਦੱਸੀ ਆ ਥੋੜ੍ਹੀ ਜਿਹੀ ਬਰੀਫ ਦੇ ਵਿੱਚ ਦੱਸੀ ਆ। ਤੇ ਜਿਹੜਾ ਕਿ ਇਹਦਾ ਗੁਰਸੀਰ ਦਾ ਵੱਡਾ ਭਰਾ ਹੁੰਦਾ ਉਹ ਹੁੰਦਾ ਬਲਵੀਰ, ਠੀਕ ਹੈ। ਹਾਂਜੀ, ਹਨੇਰੇ ਰਾਹ ਨਾਵਲ ਦੇ ਵਿੱਚ ਜਿਹੜੇ ਕਿ ਇਹਦਾ ਮੁੱਖ ਵਿਸ਼ਾ ਪੰਜਾਬ ਤੋਂ ਕੈਨੇਡਾ ਦੇ ਵਿੱਚ ਪੱਕੀ ਤਰ੍ਹਾਂ ਵਸ ਜਾਣ ਦੇ ਉਦੇਸ਼ ਦੇ ਨਾਲ ਜਿਹੜੇ ਕਿ ਵਿਜ਼ਿਟਰ ਵੀਜ਼ਾ ਲਗਵਾ ਕੇ ਪੰਜਾਬੀਆਂ ਦੇ ਉੱਥੇ ਪਹੁੰਚਣਾ। ਤੇ ਇਸ ਤੋਂ ਇਲਾਵਾ ਉੱਥੇ ਪਹੁੰਚੇ ਜਿਹੜੇ ਪਹਿਲਾਂ ਪੰਜਾਬੀ ਨੇ ਉਹਨਾਂ ਦਾ ਕਿਵੇਂ ਕਾਰੋਬਾਰੀ ਹੱਥਾਂ ਦੇ ਵਿੱਚ ਹੁੰਦੇ ਆ ਤੇ ਬੇਦਰਦੀ ਤੇ ਬੇਸ਼ਰਮੀ ਭਰੀ ਜਿਹੜੇ ਕਿ ਲੁੱਟ ਖਸੁੱਟ ਕਰਦੇ ਨੇ ਜਿਹੜੇ ਪਹਿਲਾਂ ਦੇ ਗਏ ਨੇ ਹੋਏ ਨੇ, ਤੇ ਉਹ ਖੱਜਲ ਖਵਾਰ ਕਰਦੇ ਨੇ ਨਵਿਆਂ ਨੂੰ, ਤੇ ਸ਼ੋਸ਼ਣ ਦੀ ਜਿਹੜੀ ਕਿ ਤਸਵੀਰ ਇਹਦੇ ਵਿੱਚ ਪੇਸ਼ ਕੀਤੀ ਗਈ ਆ। ਤੇ ਉੱਥੋਂ ਦੇ ਪੰਜਾਬੀ ਕਾਰੋਬਾਰ, ਖਾਸ ਕਰਕੇ ਟਰੱਕਿੰਗ ਕੰਪਨੀਆਂ, ਰੈਸਟੋਰੈਂਟਾਂ ਤੇ ਬੈਕੁੰਠ ਹਾਲਾਂ ਦੇ ਜਿਹੜੇ ਕਿ ਮਾਲਕ ਤੇ ਇਮਾਰਤੀ ਕੰਮਾਂ ਦੇ ਠੇਕੇਦਾਰ ਕੈਨੇਡਾ ਦੇ ਵਿੱਚ ਪੱਕੇ ਹੋਣ ਦੇ ਚਾਹਵਾਨ ਵਿਜ਼ਿਟਰਾਂ ਨੂੰ ਜਿਹੜੇ ਕਿ ਵਰਕ ਪਰਮਿਟ ਦਿਵਾਉਣ ਦੇ ਲਈ, ਜਿਵੇਂ ਗੈਰ ਕਾਨੂੰਨੀ ਤੌਰ 'ਤੇ LMIA ਜਿਹੜੇ ਕਿ 20,000 ਤੋਂ 40,000 ਤੱਕ ਦੀਆਂ ਮੋਟੀਆਂ ਰਕਮਾਂ ਦੇ ਡਾਲਰਾਂ ਦੇ ਰੂਪ ਦੇ ਵਿੱਚ ਜਿਹੜੇ ਕਿ ਵੇਚਦੇ ਨੇ। ਤਾਂ ਇਸ ਤਰ੍ਹਾਂ ਇਸ ਕੰਮ ਉੱਤੇ ਜਿਹੜੇ ਕਿ ਵੱਧ ਤੋਂ ਵੱਧ $2,000 ਜਿਹੜੇ ਕਿ ਖਰਚ ਹੁੰਦੇ ਨੇ ਇਸ ਕੰਮ ਉੱਤੇ, ਜਦ ਕਿ ਇਸ ਕੰਮ ਉੱਤੇ ਸਿਰਫ 2 ਤੋਂ ਵੱਧ $1,000 ਕੰਮ ਖਰਚ ਹੁੰਦੇ ਨੇ। ਬਟ ਉਹ ਜਿਹੜੇ ਕਿ LMI ਜਿਹੜੇ ਕਿ ਗੈਰ ਕਾਨੂੰਨੀ ਤੌਰ 'ਤੇ 20,000 ਤੋਂ ਲੈ ਕੇ 40-50,000 ਤੱਕ ਦੀਆਂ ਮੋਟੀ ਰਕਮਾਂ ਦਾ ਡਾਲਰਾਂ ਦੇ ਵਿੱਚ ਵੇਚਦੇ ਨੇ। ਤਾਂ ਇਸ ਦੇ ਵਿੱਚ ਜਿਹੜੇ ਕਿ ਨਾਵਲ ਦੇ ਵਿੱਚ ਗੁਰਸੀਰ ਤੇ ਕਰਨਵੀਰ
LMIA ਲੈਣ ਦੀ 20,000 ਡਾਲਰਾਂ ਦੀ ਜਿਹੜੀ ਕਿ ਰਕਮਾਂ ਤਾਰਨ ਤੋਂ ਇਲਾਵਾ ਇਹਨਾਂ ਦੇ ਕੋਲ ਜਿਹੜੇ ਕਿ ਮੋਟੀਆਂ ਇਮੀਗ੍ਰੇਸ਼ਨਾਂ ਦੇ ਜਿਹੜੇ ਕਿ ਸਲਾਹਕਾਰਾਂ ਨੂੰ ਵੀ ਦੇ ਚੁੱਕੇ ਵੇ ਹੁੰਦੇ ਨੇ। ਭਾਵ ਕਿ ਇਹ ਵੀ ਜਿਹੜੇ ਕਿ LMI ਲੈਣ ਦੇ ਚੱਕਰ ਦੇ ਵਿੱਚ ਜਿਹੜੇ ਕਿ ਆਪਣੀ ਬਹੁਤ ਜ਼ਿਆਦਾ ਲੁੱਟ ਕਰਵਾ ਲੈਂਦੇ ਨੇ। ਤੇ ਇਮਾਰਤ ਵਿੱਚ ਟੇਪਿੰਗ ਦਾ ਠੇਕੇਦਾਰ ਮੱਖਣ ਬਲਵੀਰ ਨੂੰ 35,000 ਅਤੇ ਝਾਂਜਰ ਬੈਂਕੁਇਟ ਹਾਲ ਵਾਲਾ ਰਜਿੰਦਰ ਕਰਨਵੀਰ ਨੂੰ 40,000 ਡਾਲਰ ਆ ਜਿਹੜੇ ਕਿ ਸੁਣਾਉਂਦਾ, ਭਾਵ ਕਿ ਠੱਗਦਾ। ਤਾਂ ਜਿਹੜਾ ਕਿ ਬਲਵੀਰ ਉਹਦਾ ਭਰਾ ਉਹ ਵੀ ਉੱਥੇ ਚਲਾ ਜਾਂਦਾ ਹੁੰਦਾ ਤੇ ਉਹਨੂੰ 35,000 ਡਾਲਰ ਦੇ ਨਾਲ ਦੇ ਠੇਕੇ ਦੇ ਵਿੱਚ ਠੇਕੇਦਾਰ ਜਿਹੜੇ ਕਿ ਮੱਖਣ ਨੂੰ ਲੁੱਟਦਾ। ਤੇ ਝਾਂਜਰ ਬੈਂਕੁਇਟ ਹਾਲ ਦੇ ਵਿੱਚ ਜਿਹੜਾ ਕਿ ਰਜਿੰਦਰ ਕਰਨਵੀਰ ਨੂੰ 40,000 ਡਾਲਰ ਤੇ। ਠੀਕ ਹੈ, ਹਾਂਜੀ। ਕੈਨੇਡਾ ਦੇ ਵਿੱਚ LMI ਵੇਚਣ ਦਾ ਇਹ ਕੰਮ ਇੰਨਾ ਪੱਕੇ ਪੈਰਾਂ ਤੇ ਜਿਹੜੇ ਕਿ ਪਸਰ ਚੁੱਕਿਆ ਕਿ ਧਾਰਮਿਕ ਅਦਾਰੇ ਵੀ ਇਸ ਭ੍ਰਿਸ਼ਟਾਚਾਰ ਤੋਂ ਨਹੀਂ ਬਚ ਸਕੇ। ਗੁਰਸੀਰ ਤੇ ਬਲਵੀਰ ਨੂੰ ਦੱਸਦਾ, ਇਹਨਾਂ ਦੋਨੇ ਭਰਾਵਾਂ ਨੂੰ, ਜਿਹੜਾ ਕਿ ਥਰਡ ਪਰਸਨ ਗੁਰਸੀਰ, ਕਿ LMI ਵੇਚਣ ਦੇ ਲਈ ਕਈ ਫਰਜ਼ੀ ਗੁਰਦੁਆਰਾ ਸੁਸਾਇਟੀਆਂ ਵੀ ਬਣੀਆਂ ਹੋਈਆਂ ਨੇ ਤੇ ਇਸ ਵਰਤਾਰੇ ਨੂੰ ਦੇਖ ਕੇ ਹੋਰ ਕਈ ਅਜਿਹੇ ਫਟਾਫਟ ਧਨ ਕਮਾਉਣ ਵਾਲਾ ਜਿਹੜੇ ਕਿ ਧੰਦਾ ਸ਼ੁਰੂ ਕਰਨ ਦੀ ਸੋਚ ਰਹੇ ਨੇ। ਤਾਂ ਇਸ ਦੀ ਗਵਾਹੀ ਜਿਹੜੇ ਕਿ ਮੱਖਣ ਦੇ ਮੂੰਹੋਂ 35,000 ਡਾਲਰ ਦੀ LMIA ਦੱਸੇ ਜਾਣ ਦੇ ਮਗਰੋਂ ਗੁਰਸੀਰ ਦਾ ਬਲਵੀਰ ਨੂੰ ਇਹ ਕਹਿਣਾ ਕਿ 2 ਕੁ ਸਾਲ ਮਗਰੋਂ ਜਦੋਂ ਉਹ ਪੱਕਾ ਹੋ ਜਾਊਗਾ ਤਾਂ ਉਹ ਵੀ ਜਿਹੜੇ ਕਿ ਇਹ ਟੇਪਿੰਗ ਦਾ ਜਿਹੜੇ ਕਿ ਕੰਮ ਸਿੱਖ ਜਾਊਗਾ। ਠੀਕ ਹੈ, ਤਾਂ ਤਦ ਉਹ ਵੀ ਜਿਹੜੇ ਕਿ ਬਲਵੀਰ ਵੀ ਟੇਪਿੰਗ ਦਾ ਕੰਮ ਸਿੱਖ ਜੂਗਾ। ਫਿਰ ਵੀ ਦੋਨੇ ਜਣੇ ਜਿਹੜੇ ਕਿ ਕੰਪਨੀ ਖੋਲ੍ਹ ਲੈਣਗੇ ਤੇ ਉਹ ਵੀ ਜਿਹੜੇ ਕਿ LMIA ਜਿਹੜੇ ਕਿ ਗੈਰ ਕਾਨੂੰਨੀ ਤੌਰ ਤੇ ਵੇਚਣਗੇ ਤੇ ਵੱਧ ਰੇਟਾਂ ਤੇ ਵੇਚ ਕੇ ਪੈਸੇ ਕਮਾਉਣਗੇ। ਤੇ ਟਰੱਕਿੰਗ ਕੰਪਨੀਆਂ, ਰੈਸਟੋਰੈਂਟਾਂ, ਠੇਕੇਦਾਰਾਂ ਤੇ ਇਸ ਭ੍ਰਿਸ਼ਟ ਕਾਰੋਬਾਰ ਦੇ ਵਿੱਚ ਚਿੱਟੀ ਤੇ ਕੈਨਪਨ ਦੇ ਰਕੇਸ਼ ਵਰਗੇ ਇਮੀਗ੍ਰੇਸ਼ਨ ਸਲਾਹਕਾਰਾਂ ਦੀ ਮਿਲੀ ਭੁਗਤ ਵੀ ਸ਼ਾਮਲ ਹੁੰਦੀ ਹੈ। ਤੇ ਵਿਜ਼ਿਟਰ ਸਭ ਤੋਂ ਪਹਿਲਾਂ ਇਹਨਾਂ ਇਮੀਗ੍ਰੇਸ਼ਨ ਸਲਾਹਕਾਰਾਂ ਦਾ ਜਿਹੜੇ ਕਿ ਸ਼ਿਕਾਰ ਬਣਦੇ ਨੇ, ਜਿਹੜੇ ਵਿਜ਼ਿਟਰ ਤੌਰ ਤੇ ਜਾਂਦੇ ਨੇ, ਪਹਿਲਾਂ ਉਹ ਇਮੀਗ੍ਰੇਸ਼ਨ ਸਲਾਹਕਾਰਾਂ ਦਾ ਜਿਹੜੇ ਕਿ ਸ਼ਿਕਾਰ ਬਣਦੇ ਨੇ, ਜਿਹੜੇ ਕਿ ਆਪਣੇ ਮੁਵੱਕਲਾਂ ਉੱਤੇ ਆਪਣੇ ਦਫ਼ਤਰਾਂ ਦੀ ਚਕਾਚੌਂਧ ਤੇ ਰੁਝੇ ਦਾ ਪ੍ਰਭਾਵ ਪਾ ਕੇ 10-12 ਹਜ਼ਾਰ ਡਾਲਰਾਂ ਤੱਕ ਜਿਹੜੇ ਕਿ ਲੁੱਟ ਲੈਂਦੇ ਨੇ। ਤੇ ਇਹ ਲੋਕ ਆਪਣੇ ਗਾਹਕਾਂ ਦੀ ਪੈਸੇ ਦੀ ਲੋੜ ਪੂਰੀ ਕਰਨ ਲਈ ਇੰਡੀਆ ਤੋਂ 2 ਨੰਬਰ ਦੇ ਵਿੱਚ ਪੈਸਾ ਮੰਗਵਾਉਣ ਵਿੱਚ ਵੀ ਸਹਾਇਤਾ ਕਰਦੇ ਨੇ। ਤਾਂ ਫਿਰ ਇੱਥੇ ਹੀ ਨਹੀਂ, ਜਦ ਕਿ ਟਰਾਂਸਪੋਰਟ ਕੰਪਨੀਆਂ ਤੇ ਬੈਂਕੁਇਟ ਹਾਲਾਂ ਦੇ ਮਾਲਕ ਤੇ ਠੇਕੇਦਾਰ ਆਪਣੇ ਕਾਮਿਆਂ ਨੂੰ ਉਜਰਤ ਵੀ, ਭਾਵ ਕਿ ਉਹਨਾਂ ਨੂੰ ਜਿਹੜੇ ਕਿ ਪੇ ਵੀ ਘੱਟ ਦਿੰਦੇ ਨੇ ਬਟ ਕਾਗਜ਼ਾਂ ਦੇ ਵਿੱਚ ਜ਼ਿਆਦਾ ਦਿਖਾਉਂਦੇ ਨੇ। ਵੈਸੇ ਉਹਨਾਂ ਨੂੰ ਪੇ ਘੱਟ ਦੇਣੀ ਬਟ ਕਾਗਜ਼ਾਂ ਦੇ ਵਿੱਚ ਜ਼ਿਆਦਾ ਦਿਖਾ ਕੇ ਜਿਹੜੇ ਕਿ ਲੁੱਟ ਖਸੁੱਟ ਕਰਦੇ ਨੇ। ਤੇ ਇਹ ਸਾਰੀ ਅਦਾਇਗੀ ਦਾ ਟੈਕਸ ਵੀ ਜਿਹੜੇ ਕਿ ਡਰਾਈਵਰਾਂ ਦੇ ਕਾਮਿਆਂ ਦੇ ਸਿਰ ਤੇ ਫਿਰ ਪਾ ਦਿੰਦੇ ਨੇ। ਤਾਂ ਉਹ ਉਹਨਾਂ ਦੇ ਕੀਤੇ ਕੰਮ ਦੇ ਘੰਟੇ ਵੀ ਮਾਰ ਜਾਂਦੇ ਨੇ, ਜਿਵੇਂ ਕਿ ਗੁਰਸੀਰ ਦਾ ਵੀ ਜਿਹੜੇ ਕਿ ਮਾਰ ਲਏ ਸੀ ਘੰਟੇ ਸ਼ਮਿੰਦਰ ਨੇ। ਠੀਕ ਹੈ, ਤੇ ਇਸ ਤੋਂ ਇਲਾਵਾ ਉਹਨੂੰ ਇਹ ਕਹਿ ਕੇ ਵੀ ਇਹ ਤਾਂ ਜਿਹੜੇ ਤੂੰ ਪਹਿਲਾਂ ਚਲਾ ਰਿਹਾ ਸੀ ਟਰੱਕ, ਇਹ ਤਾਂ ਵੀ ਤੇਰੇ ਜਿਹੜੇ ਕਿ ਉਹਦੇ ਵਿੱਚ ਚਲਾ ਗਿਆ ਵੀ ਟ੍ਰੇਨਿੰਗ ਦੇ ਵਿੱਚ। ਤੇ ਇਸ ਤੋਂ ਇਲਾਵਾ ਜਿਹੜੇ ਕਿ ਉਹ ਉਹਨਾਂ ਨੂੰ ਓਵਰ ਟਾਈਮ ਜਾਂ ਭੱਤਾ ਵੀ ਨਹੀਂ ਦਿੰਦੇ, ਜਿਸ ਕਰਕੇ ਕਈ ਵਾਰ ਉਹ ਦੂਜੇ ਸ਼ਹਿਰਾਂ ਦੇ ਵਿੱਚ ਜਾ ਕੇ ਡਰਾਈਵਰ ਨੂੰ ਜਿਹੜੇ ਕਿ ਵਿਹਲਾ ਰਹਿਣਾ ਪੈਂਦਾ ਤੇ ਭੁੱਖ ਝੱਕਣੀ ਪੈਂਦੀ ਹੈ ਤੇ ਮੋਬਾਈਲ ਦੇ ਘੱਟ ਰਹੇ ਡਾਟੇ ਦੀ ਸਮੱਸਿਆ ਦਾ ਜਿਹੜੇ ਕਿ ਸਾਹਮਣਾ ਕਰਨਾ ਪੈਂਦਾ ਤੇ ਪਰੇਸ਼ਾਨੀ ਦੇ ਵਿੱਚ ਦਿਨ ਕੱਟਣੇ ਪੈਂਦੇ ਨੇ। ਇਹ ਸਾਰਾ ਇਸ ਦਾ ਵਿਸ਼ਾ ਵਸਤੂ ਦੇ ਵਿੱਚ ਸ਼ਾਮਿਲ ਕੀਤਾ ਗਿਆ। ਤੇ ਜੇ ਇਸ ਸੰਬੰਧੀ ਕੋਈ ਸ਼ਿਕਾਇਤ ਕਰਦਾ ਤਾਂ ਫਿਰ ਜਿਹੜੇ ਕਿ ਮਾਲਕ ਕਹਿੰਦਾ ਕਿ ਉਹ ਉਹਨਾਂ ਦੀ ਜੌਬ ਦਾ ਹਿੱਸਾ ਹੈ। ਠੀਕ ਹੈ, ਤੇ ਨਾਲ ਹੀ ਕਹਿੰਦਾ ਵੀ ਜੇ ਉਹਨਾਂ ਦੀ ਖਾਤਰ ਰੇਟ ਘਟਾ ਕੇ ਕੰਮ ਹਾਸਲ ਕਰਦੇ ਨੇ, ਠੀਕ ਹੈ, ਵੀ ਭਾਵ ਕਿ ਇਹ ਸਾਰਾ ਚੀਜ਼ ਉਹਨਾਂ ਦੇ ਕੰਮ ਦਾ ਹੀ ਹਿੱਸਾ ਹੁੰਦੇ ਨੇ, ਵੀ ਜੇ ਉਹ ਭਾਵ ਕਿ ਸ਼ਿਕਾਇਤ ਕਰਨਗੇ ਤਾਂ ਉਹਨਾਂ ਦੀ ਜੌਬ ਲਈ ਵੀ ਰਿਸਕ ਹੋ ਜਾਂਦਾ ਇਹ। ਤਾਂ ਇਹਨਾਂ ਲੋਕਾਂ ਦਾ ਆਪਣੇ ਕਾਮਿਆਂ ਦੀ ਲੁੱਟ ਤੇ ਖੂਨ ਚੂਸਣ ਦਾ ਕੰਮ ਇੱਥੇ ਹੀ ਬੰਦ ਨਹੀਂ ਹੁੰਦਾ, ਸਗੋਂ ਸ਼ਮਿੰਦਰ ਵਰਗੇ ਜਿਹੜੇ ਕਿ ਟਰੱਕਿੰਗ ਕੰਪਨੀ ਦੇ ਮਾਲਕ ਤੇ ਇਮੀਗ੍ਰੇਸ਼ਨ ਸਲਾਹਕਾਰ ਮਿਲ ਕੇ ਅਜਿਹਾ ਜਾਲ ਬਣਾਉਂਦੇ ਨੇ ਕਿ ਅਗਲਾ ਸਾਰੀ ਉਮਰ ਲਈ ਉਹਨਾਂ ਦੇ ਹੱਥਾਂ ਦਾ ਜਿਹੜੇ ਕਿ ਗੁਲਾਮ ਬਣ ਜਾਂਦਾ। ਤੇ ਜਿਵੇਂ ਸ਼ਮਿੰਦਰ ਨੇ ਗੁਰਸੀਰ ਨੂੰ ਜਿਹੜੇ ਕਿ ਆਈਲੈਟਸ ਦਾ ਇਮਤਿਹਾਨ ਛੱਡ ਕੇ ਲੋਡ ਲੈ ਜਾਣ ਦੇ ਲਈ ਮਜਬੂਰ ਕਰਦਾ ਤੇ ਫਿਰ ਉਹਨੂੰ ਤਾੜਨਾ ਕਰਦਾ, ਫਿਰ ਕੰਮ ਛੱਡਣ ਦੀ ਧਮਕੀ ਵੀ ਦਿੰਦਾ ਵੀ ਤੈਨੂੰ ਜਿਹੜੇ ਕਿ ਕੰਮ ਤੋਂ ਕੱਢ ਦਿੱਤਾ ਜਾਊਗਾ। ਤਾਂ ਫਿਰ ਉਸ ਨੂੰ BC ਦਾ ਡਰਾਈਵਿੰਗ ਲਾਇਸੈਂਸ ਲੈਣ ਤੋਂ ਇਸੇ ਕਰਕੇ ਰੋਕਦਾ ਕਿਉਂਕਿ ਤਾਂ ਜੋ ਉਹ ਜਿਹੜੇ ਕਿ PNP ਦੀ ਫਾਈਲ ਲਗਾ ਕੇ PR ਨਾ ਹੋ ਸਕੇ। ਭਾਵ ਕਿ ਸ਼ਮਿੰਦਰਾ ਜਿਹੜੇ ਕਿ ਗੁਰਸੀਰ ਨੂੰ ਰੋਕ ਦਿੰਦਾ ਕਿ ਉਹ BC ਡਰਾਈਵਿੰਗ ਲਾਇਸੈਂਸ ਲੈਣ ਤੋਂ ਰੋਕਦਾ, ਕਿਉਂਕਿ ਉਹਨੂੰ ਇਹ ਲੱਗਦਾ ਵੀ ਜੇ ਇਹਨੇ PNP ਦੀ ਫਿਰ ਫਾਈਲ ਲਗਾਤੀ ਫਿਰ PR ਹੋ ਜਾਊਗਾ। ਤਾਂ ਉਹ ਉਹਨੂੰ ਸਪਾਂਸਰ ਲੈਟਰ ਤੇ ਐਕਸਪੀਰੀਅੰਸ ਸਰਟੀਫਿਕੇਟ ਦੇਣ ਦੇ ਵਿੱਚ ਵੀ ਲਗਾਤਾਰ ਜਿਹੜੇ ਕਿ ਟਾਲ ਮਟੋਲ ਕਰਦਾ ਰਹਿੰਦਾ ਤਾਂ ਜੋ ਉਹਦਾ ਵਰਕ ਪਰਮਿਟ ਦੀ ਜਿਹੜੀ ਕਿ ਮਿਆਦ ਮੁੱਕ ਜਾਵੇ ਤੇ ਸ਼ਮਿੰਦਰ ਨੂੰ ਜਿਹੜੇ ਕਿ ਨਵੀਂ
LIM ਜਾਰੀ ਕਰਨ ਦੇ ਬਦਲੇ ਦੇ ਵਿੱਚ ਹੋਰ $30,000 ਜਿਹੜੇ ਕਿ ਉਹਨੂੰ ਮਿਲ ਜਾਣ, ਭਾਵ ਕਿ ਫਿਰ ਉਹ LIM ਦੇਣ ਦੇ ਲਈ ਉਹ ਤੋਂ ਫਿਰ ਤੋਂ 30,000 ਲੈ ਲੂਗਾ। ਉਹ ਆਪਣਾ ਹੀ ਫਾਇਦਾ ਸੋਚੀ ਜਾਂਦਾ। ਅਤੇ ਉੱਧਰ ਰਾਕੇਸ਼ ਵੀ ਇਸੇ ਮਾਰ 'ਤੇ ਬੈਠਾ ਹੁੰਦਾ ਕਿ ਗੁਰਸੀਰ ਸ਼ਮਿੰਦਰ ਨਾਲ ਨਾਰਾਜ਼ ਹੋ ਕੇ ਉਹ ਤੋਂ LMI ਖਰੀਦੇ। ਤਾਂ ਨਾਵਲ ਦੇ ਅੰਤ ਤੱਕ ਜਿਹੜੇ ਕਿ ਗੁਰਸੀਰ ਦੇ ਮਨ ਦੇ ਵਿੱਚ ਯਕੀਨ ਨਹੀਂ ਬਣਦਾ ਕਿ ਸ਼ਮਿੰਦਰ ਉਹਨੂੰ ਸਪੌਂਸਰ ਲੈਟਰ ਤੇ ਐਕਸਪੀਰੀਅੰਸ ਤਜਰਬਾ ਸਰਟੀਫਿਕੇਟ ਦੇਵੇਗਾ। ਤਾਂ ਉਹਨੂੰ ਡਰ ਹੈ ਕਿ ਕਰਨਵੀਰ ਨੂੰ ਉਸ ਤੋਂ ਟ੍ਰੇਨਡ ਕਰਕੇ ਉਹਦੀ ਥਾਂ 'ਤੇ ਨਾ ਬਿਠਾ ਦੇਵੇ। ਨਾਲ ਦੀ ਨਾਲ ਉਹਨੂੰ ਇਹ ਵੀ ਲੱਗਦਾ ਜਿਹੜਾ ਕਰਨਵੀਰ ਆ ਸਪੇਨ ਤੋਂ ਉੱਥੇ ਆ ਜਾਂਦਾ, ਉਹਨੂੰ ਡਰ ਲੱਗਦਾ ਵੀ ਕਿਤੇ ਉਹ ਉਹਨੂੰ ਵੀ ਜਿਹੜੇ ਕਿ ਉਹਦੀ ਥਾਂ 'ਤੇ ਨਾ ਬਿਠਾ ਦੇਵੇ। ਇਸ ਕਰਕੇ ਉਹਨੂੰ ਆਪਦਾ ਜਿਹੜੇ ਕਿ ਗੁਰਸੀਰ ਨੂੰ ਆਪਣਾ ਭਵਿੱਖ ਹਨੇਰੇ ਦੇ ਵਿੱਚ ਲੱਗਦਾ। ਇਸ ਹਨੇਰੇ ਦੇ ਵਿੱਚ ਲੱਗਣ ਕਰਕੇ ਹੀ ਜਿਹੜੇ ਕਿ ਇਸ ਨਾਵਲ ਦਾ ਜਿਹੜਾ ਕਿ ਨਾਂ ਹੈ ਹਨੇਰੇ ਰਾਹ ਰੱਖਿਆ ਗਿਆ। ਤਾਂ ਇਸ ਪ੍ਰਕਾਰ ਇਸ ਨਾਵਲ ਦੇ ਵਿੱਚ ਇੱਕ ਟਰੱਕ ਕੰਪਨੀ ਦੇ ਵਿੱਚ LMIA ਲੈ ਕੇ ਕੰਮ ਕਰਨ ਵਾਲੇ ਵਿਅਕਤੀ ਦੇ ਜਿਹੜੇ ਪਰੇਸ਼ਾਨੀਆਂ ਨੇ, ਚਿੰਤਾਵਾਂ ਨੇ, ਉਹਨਾਂ ਨੂੰ ਇਸ ਨਾਵਲ ਦੇ ਰਾਹੀਂ ਜਿਹੜੇ ਕਿ ਪੇਸ਼ ਕੀਤਾ। ਅਤੇ ਇਸ ਤੋਂ ਇਲਾਵਾ ਲੇਖਕ ਨੇ ਨਾਵਲ ਦੇ ਵਿੱਚ ਕੈਨੇਡਾ ਦੇ ਡਰਾਈਵਰਾਂ ਦੀਆਂ ਮੁਸ਼ਕਲਾਂ, ਦੁੱਖ ਭਰਿਆ ਜਿਹੜੇ ਕਿ ਜੀਵਨ, ਉਹਨਾਂ ਦੇ ਕੰਮਾਂ ਦਾ ਜਿਹੜੇ ਕਿ ਹਿੱਸਾ ਦੱਸਿਆ, ਇਹਨੂੰ ਵੀ ਵਿਸ਼ਾ ਬਣਾਇਆ। ਠੀਕ ਹੈ। ਅਤੇ ਕੈਨੇਡਾ ਦੀ ਡਰਾਈਵਿੰਗ ਬੇਸ਼ੱਕ ਨਿਯਮਾਂ ਦੇ ਵਿੱਚ ਆ ਬਟ ਬਹੁਤੀ ਸੁਰੱਖਿਅਤ ਨਹੀਂ ਹੈਗੀ। ਅਤੇ ਗੁਰਸੀਰ ਦੇ ਜੀਜੇ ਦੀ ਜਿਹੜੇ ਕਿ ਟਰੱਕ ਉਲਟਣ ਦੇ ਕਰਕੇ ਹੀ ਜਦੋਂ ਟਰੱਕ ਨੂੰ ਅੱਗ ਲੱਗ ਗਈ ਸੀ ਤਾਂ ਉਹਨਾਂ ਦੀ ਮੌਤ ਹੋ ਗਈ ਸੀ। ਅਤੇ ਕਈ ਵਾਰੀ 20 ਡਿਗਰੀ ਤੱਕ ਤਾਪਮਾਨ ਦੇ ਵਿੱਚ ਡਰਾਈਵਿੰਗ ਕਰਦੇ ਆ ਅਤੇ ਟਾਇਰਾਂ 'ਤੇ ਸੰਗਲ ਬਣਾਉਂਦੇ ਆ ਜਿਹੜੇ ਕਿ ਬੁਰਾ ਹਾਲ ਹੋ ਜਾਂਦਾ। ਅਤੇ ਬਰਫ਼ਬਾਰੀ ਦੇ ਵਿੱਚ ਡੂੰਘੀਆਂ ਖੱਡਾਂ ਦੇ ਵਿੱਚ ਘਿਰੇ ਰਸਤੇ ਦੇ ਵਿੱਚ ਜਿਹੜੇ ਕਿ ਟਰੱਕ ਚਲਾਉਂਦੇ ਜਿਹੜੇ ਕਿ ਜਾਨ ਵੀ ਮੁੱਠੀ ਦੇ ਵਿੱਚ ਰਹਿੰਦੀ ਆ। ਅਤੇ ਇਸ ਤੋਂ ਇਲਾਵਾ ਨਾਵਲਕਾਰ ਨੇ ਕੈਨੇਡਾ ਦੇ ਵਿੱਚ ਪੱਕੇ ਹੋਣ ਦੇ ਚਾਹਵਾਨ ਵਿਜ਼ਿਟਰਾਂ ਦੇ ਡਰਾਈਵਿੰਗ ਲਾਇਸੈਂਸ ਲੈਣ ਦੇ ਲਈ ਜਿਹੜੇ ਕਿ ਲੁੱਟ ਖਸੁੱਟ ਜਿਹੜੀ ਹੁੰਦੀ ਆ ਉਹਨਾਂ ਦੇ ਖੱਜਲ ਖਵਾਰੀ, ਉਹਨੂੰ ਵੀ ਇਸ ਕਹਾਣੀ ਦੇ ਵਿੱਚ ਜਿਹੜੇ ਕਿ ਕਹਾਣੀ ਦੇ ਤੌਰ 'ਤੇ ਇਸ ਨਾਵਲ ਦੇ ਵਿੱਚ ਪੇਸ਼ ਕੀਤਾ। ਅਤੇ ਕੈਨੇਡਾ ਦੇ ਵਿੱਚ ਡਰਾਈਵਿੰਗ ਸਕੂਲਾਂ ਵਾਲੇ, ਠੀਕ ਹੈ, ਪੰਜਾਬੀ ਮਾਲਕ ਗੋਰਿਆਂ ਦੇ ਸਕੂਲਾਂ ਨਾਲੋਂ ਪੈਸੇ ਬੇਸ਼ੱਕ ਘੱਟ ਲੈਂਦੇ ਨੇ ਪਰ ਖੱਜਲ ਖਵਾਰੀ ਬਹੁਤ ਕਰਾਉਂਦੇ ਨੇ। ਭਾਵ ਕਿ ਜਿਹੜੇ ਇੱਥੋਂ ਪਹਿਲਾਂ ਦੇ ਗਏ ਹੋਏ ਪੰਜਾਬੀ ਨੇ ਉਹ ਦੂਜਿਆਂ ਨੇ ਜਿਹੜੇ ਕਿ ਬਹੁਤ ਖੱਜਲ ਖਵਾਰੀ ਕਰਾਉਂਦੇ ਨੇ। ਬੇਸ਼ੱਕ ਉਹ ਗੋਰਿਆਂ ਦਾ ਜਿਹੜਾ ਸਕੂਲ ਹੁੰਦਾ ਨਾ ਉਹ ਤਾਂ ਘੱਟ ਪੈਸੇ ਲੈਂਦੇ ਨੇ ਬਟ ਜਿਹੜਾ ਕਿ ਲੋਕਾਂ ਦੀ ਖੱਜਲ ਖਵਾਰੀ ਜ਼ਿਆਦਾ ਕਰਵਾਉਂਦੇ ਨੇ। ਅਤੇ ਉਹ ਮਹੀਨੇ ਦੇ ਵਿੱਚ ਟੈਸਟ ਦਿਵਾਉਣ ਦੇ ਵਾਅਦੇ ਦੇ ਵਿੱਚ ਵਾਅਦਾ ਕਰਕੇ, ਪ੍ਰੋਮਿਸ ਕਰਕੇ ਟੈਸਟ ਲਈ ਕੋਈ ਡੇਟ ਫਿਕਸ ਹੀ ਨਹੀਂ ਕਰਦੇ ਹੈਗੇ ਅਤੇ ਬਹਾਨੇ ਦੇ ਨਾਲ ਉਹਨੂੰ ਲਟਕਾਈ ਰੱਖਦੇ ਨੇ। ਅਤੇ ਉਹਨਾਂ ਕੋਲ ਫਸੇ ਜਿਹੜੇ ਕਿ ਲਾਇਸੈਂਸ ਲੈਣ ਦੇ ਉਮੀਦਵਾਰ ਕਈ ਵਾਰ ਆ ਜਿਹੜੇ ਕਿ ਘਰ ਦੇ ਜ਼ਰੂਰੀ ਕੰਮ ਛੱਡ ਕੇ ਸਵੇਰੇ ਸਵੇਰੇ ਲਹੂ ਜਮਾਉਣ ਵਾਲੀ ਠੰਡ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ ਪਰ ਜਿਹੜੇ ਕਿ ਉਹ ਕੋਈ ਪਰਵਾਹ ਨਹੀਂ ਕਰਦੇ। ਜਿਵੇਂ ਕਿ ਨਛੱਤਰ ਆ ਜਿਹੜੇ ਕਿ ਇਸ ਡਰਾਈਵਰ ਸਕੂਲ ਦਾ ਜਿਹੜੇ ਕਿ ਡਰਾਈਵਿੰਗ ਸਕੂਲ ਵਾਲੇ ਜਿਹੜੇ ਮਾਲਕ ਹੁੰਦਾ। ਅਤੇ ਨਛੱਤਰ ਵਰਗੇ ਲਾਪਰਵਾਹ ਸਕੂਲ ਮਾਲਕ ਥੋੜ੍ਹਾ ਜਿਹਾ ਟ੍ਰੇਨਿੰਗ ਦੇਣ ਦੇ ਪਿੱਛੋਂ ਖਿਸਕ ਜਾਂਦੇ ਨੇ ਜਾਂ ਆਉਂਦੇ ਹੀ ਨਹੀਂ ਹੈਗੇ। ਅਤੇ ਕਈ ਵਾਰ ਉਮੀਦਵਾਰ ਪੈਸੇ ਦਿੱਤੇ ਹੋਣ ਕਰਕੇ ਜਿਹੜੇ ਕਿ ਉਹਨਾਂ ਦਾ ਸਕੂਲ ਛੱਡ ਵੀ ਨਹੀਂ ਸਕਦੇ। ਅਤੇ ਹਾਰ ਕੇ ਨਿਰਾਸ਼ ਹੋਏ ਵਿਅਕਤੀ ਜਿਹੜੇ ਕਿ ਦਰਸ਼ਨ ਵਰਗੇ ਦੀ ਸ਼ੋਭਾ ਸੁਣ ਕੇ ਫਿਰ ਉਹਦੇ ਕੋਲ ਜਾਂਦੇ ਨੇ। ਭਾਵ ਕਿ ਇੱਕ ਹੋਰ ਹੁੰਦਾ ਜਿਹੜਾ ਕਿ ਡਰਾਈਵਿੰਗ ਵਾਲਾ, ਫਿਰ ਦਰਸ਼ਨ ਉਹਦੇ ਕੋਲ ਜਾਂਦੇ ਨੇ ਅਤੇ ਪਹਿਲਾਂ ਤੋਂ ਵੀ ਵਧੇਰੇ ਫੀਸ ਭਰਦੇ ਨੇ ਤਾਂ ਵੀ ਉਹਨਾਂ ਦਾ ਕੰਮ ਜਿਹੜੇ ਕਿ ਛੇਤੀ ਨਹੀਂ ਹੁੰਦਾ। ਫਿਰ ਸਕੂਲ ਮਾਲਕਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਵੱਧ ਤੋਂ ਵੱਧ ਪੈਸੇ ਜਿਹੜੇ ਕਿ ਉਹਨਾਂ ਤੋਂ ਲੁੱਟ ਲੈਣ। ਅਤੇ ਕਈ ਵਾਰ ਉਹਨਾਂ ਨੂੰ ਟੈਸਟ ਦਿਵਾਉਣ ਲਈ ਵੀ ਗੈਰ ਕਾਨੂੰਨੀ ਤਰੀਕਾ ਵਰਤਦੇ ਨੇ। ਉਮੀਦਵਾਰ ਵੀ ਅਪੁਆਇੰਟਮੈਂਟ ਹੀ ਕੈਂਸਲ ਹੋ ਜਾਂਦੀ ਹੈ ਅਤੇ ਪੈਸੇ ਜਿਹੜੇ ਕਿ ਉਹਨਾਂ ਦੇ ਐਵੇਂ ਵਿਅਰਥ ਜਾਂਦੇ ਨੇ। ਫਿਰ ਦਰਸ਼ਨ ਵਰਗੇ ਕਿਸੇ ਹੋਰ ਸ਼ਹਿਰ ਦੇ ਵਿੱਚ ਟੈਸਟ ਦਿਵਾਉਣ ਲਈ ਉਹਨਾਂ ਤੋਂ ਵੱਖਰੇ ਪੈਸੇ ਲੈਂਦੇ ਨੇ ਅਤੇ ਨਾਲ ਦੀ ਨਾਲ ਹੀ ਉਹਨਾਂ ਦੇ ਸਿਰੋਂ ਖਾਂਦੇ ਪੀਂਦੇ ਅਤੇ ਗੈਸ ਦਾ ਖਰਚਾ ਵੀ ਲੈਂਦੇ ਨੇ। ਭਾਵ ਕਿ ਜਿਹੜੇ ਕਿ ਗੈਸ ਗੱਡੀ ਦੇ ਵਿੱਚ ਜਿਹੜੀ ਖਰਚ ਹੁੰਦੀ ਉਹਦਾ ਖਰਚਾ। ਅਤੇ ਕਈ ਵਾਰ ਟੈਸਟ ਪਾਸ ਕਰਨ ਲਈ ਔਰੇਂਜਵਿਲ ਵਰਗੀ ਥਾਂ 'ਤੇ ਟੈਸਟ ਲੈਣ ਵਾਲੇ ਬੰਦੇ ਨੂੰ ਟੈਸਟ ਪਾਸ ਕਰਵਾਉਣ ਲਈ $1,500 ਰਿਸ਼ਵਤ ਦੇਣ ਦੀ ਗੱਲ ਵੀ ਕਰਦੇ ਨੇ। ਠੀਕ ਹੈ। ਤਾਂ ਇਹਦੇ ਨਾਲ ਹੋਰ ਜਿਹੜੇ ਕਿ ਪੈਸਾ ਵਟੋਰਦੇ ਨੇ। ਅਤੇ ਇਸ ਤੋਂ ਇਲਾਵਾ ਨਾਵਲਕਾਰ ਨੇ ਕੈਨੇਡਾ ਦੇ ਵਿੱਚ ਪੜ੍ਹਨ ਲਈ ਗਏ ਵਿਦਿਆਰਥੀਆਂ ਦੇ ਰੈਸਟੋਰੈਂਟਾਂ ਅਤੇ ਸਬਵੇਆਂ ਦੇ ਵਿੱਚ ਕੰਮ ਕਰਨਾ, ਕਰਨਵੀਰ ਵਰਗੇ ਵਿਜ਼ਿਟਰ ਨੌਜਵਾਨ ਕਿਸੇ ਕੁੜੀ ਦੇ ਨਾਲ ਵਿਆਹ ਕਰਵਾ ਕੇ ਸਪੌਂਸਰ ਵੀਜ਼ਾ ਪ੍ਰਾਪਤ ਕਰਨ ਦੇ ਯਤਨ ਕਰਨਾ, ਠੀਕ ਹੈ, ਹਰਵੀਰ ਅਤੇ ਸੇਖੋਂ ਵਰਗੇ ਗੈਰ ਕਾਨੂੰਨੀ ਕੰਮਾਂ ਨੂੰ ਪਸੰਦ ਨਾ ਕਰਨ ਵਾਲੇ ਵਿਅਕਤੀਆਂ, ਕਾਰੋਬਾਰ ਮਾਲਕਾਂ ਦੁਆਰਾ ਕੁੜੀਆਂ ਨਾਲ ਛੇੜਛਾੜ, ਜਿਹੜੇ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ, ਇਹ ਸਾਰੇ ਜਿਹੜੇ ਕਿ ਇਸ ਨਾਵਲ ਦੇ ਵਿੱਚ ਪੇਸ਼ ਕੀਤੇ ਗਏ ਨੇ ਵਿਸ਼ੇ। ਅਤੇ ਇੰਡੀਆ ਦੇ ਵਿੱਚ ਆਪਣੇ ਮਾਪਿਆਂ ਦਾ, ਆਪਣੇ
ਮਾਪਿਆਂ ਦਾ ਆਪਣੇ ਬੱਚਿਆਂ ਦੀ ਫੀਸਾਂ ਦੇ ਵਿੱਚ ਸਹਾਇਤਾ ਕਰਨ ਲਈ ਭਾਂਡੇ ਮਾਂਜਣੇ, ਅਨਭਾਉਣ ਦੇ ਕੰਮ ਕਰਨੇ ਵੀ ਇਸ ਨਾਵਲ ਦੇ ਵਿੱਚ ਪੇਸ਼ ਕੀਤੇ ਗਏ ਨੇ। ਅਤੇ ਇਸ ਨਾਵਲ ਦੇ ਵਿਸ਼ੇ ਵਿੱਚ ਪੰਜਾਬੀ ਲੋਕਾਂ ਦੇ ਕੈਨੇਡਾ ਜਾਣ ਲਈ ਬਹਾਨੇ ਲੱਭਣੇ ਦੀ ਰੁਚੀ ਹੈ ਜਿਹੜੀ ਕਿ ਉਹ ਵੀ ਪੇਸ਼ ਕੀਤੀ ਗਈ ਹੈ, ਅਤੇ ਇਹਨੂੰ ਇੱਕ ਵਿਅੰਗ ਦੇ ਤੌਰ 'ਤੇ ਵੀ ਪੇਸ਼ ਕੀਤਾ ਗਿਆ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕ ਕਿਸੇ ਰਿਸ਼ਤੇਦਾਰ ਦੇ ਮਰਨ ਲਈ ਵੀ ਆਪਣਾ ਕੈਨੇਡਾ ਜਾਣ ਨੂੰ ਇੱਕ ਮੌਕਾ ਸਮਝਦੇ ਨੇ, ਅਤੇ ਇਸ ਲਈ ਪਰਿਵਾਰ ਦੇ ਵਿੱਚ ਕਿਸੇ ਬੰਦੇ ਨੇ ਹੀ ਜਾਣਾ, ਇਹਦੀ ਸਮੱਸਿਆ ਖੜੀ ਹੋ ਜਾਂਦੀ ਹੈ ਵੀ ਕੌਣ ਜਾਊਗਾ। ਜਿਵੇਂ ਇਸ ਨਾਵਲ ਦੇ ਵਿੱਚ ਵੀ ਇਹ ਸੋਚਦੇ ਸੀ ਕਿ ਬਲਵੀਰ ਜਿਹੜੇ ਕਿ ਗੁਰਸੀਰ ਇਹ ਸੋਚਦਾ ਸੀ ਕਿ ਬਲਵੀਰ ਉਹਦਾ ਵੱਡਾ ਭਰਾ ਨਾ ਕਿਤੇ ਚਲਾ ਜਾਵੇ। ਇਸ ਪ੍ਰਕਾਰ ਇਸ ਨਾਵਲ ਦਾ ਵਿਸ਼ਾ ਭਾਰਤੀ ਪੰਜਾਬੀ ਸਮਾਜ ਤੇ ਕੈਨੇਡਾ ਦੇ ਵਿੱਚ ਉਸਰ ਰਹੇ ਵਰਤਮਾਨ ਪੰਜਾਬੀ ਸਮਾਜ ਦੇ ਜਿਹੜੇ ਵਰਤਾਰੇ ਨੂੰ ਇੱਕ ਮਾਨਸਿਕਤਾ ਦੇ ਨਾਲ ਸੰਬੰਧਿਤ ਕੀਤਾ, ਅਤੇ ਇਸ ਦੇ ਵਿੱਚ ਦੁੱਖ ਅਤੇ ਵਿਅੰਗ ਦਾ ਅੰਸ਼ ਵੀ ਘੁਲਿਆ ਹੋਇਆ। ਅਤੇ ਸਮੁੱਚੇ ਤੌਰ 'ਤੇ ਨਾਵਲ ਦਾ ਵਿਸ਼ਾ ਸਮਾਜਿਕ ਯਥਾਰਥਕ ਅਤੇ ਵਿਅੰਗਾਤਮਕਤਾ, ਜਿਸ ਦਾ ਸੰਬੰਧ ਪੰਜਾਬ ਦੀ ਆਰਥਿਕ ਤੇ ਪੰਜਾਬੀ ਮਾਨਸਿਕਤਾ ਨਾਲ ਡੂੰਘੇ ਤੌਰ 'ਤੇ ਜੁੜਿਆ ਹੋਇਆ। ਹਾਂਜੀ, ਇਹ ਸੀ ਵਿਸ਼ਾ ਵਸਤੂ ਸਾਰ, ਜਾਂ ਆਪਾਂ ਕਹਿ ਸਕਦੇ ਕਿਹੜੀ ਸਮੱਸਿਆ ਪੇਸ਼ ਕੀਤੀ ਗਈ ਆ। ਹੁਣ ਆਪਾਂ ਕਰਦੇ ਇਸ ਦਾ ਕਥਾਨਕ, ਕਿਉਂਕਿ ਕਥਾਨਕ ਵਾਲਾ ਕੁਐਸਚਨ ਵੀ ਇੰਪੋਰਟੈਂਟ ਆ। ਪਲਾਂਟ ਜਾਂ ਗੋਂਦ, ਠੀਕ ਹੈ, ਜਾਂ ਆਪਾਂ ਕਹਿ ਸਕਦੇ ਕਿ ਹਨੇਰੇ ਨਾਲ ਨਾਵਲ ਦੀ ਬਣਤਰ ਕਿਹੋ ਜਿਹੀ ਸੀ, ਜਾਂ ਹਨੇਰੇ ਨਾਲ ਨਾਵਲ ਦਾ ਜਿਹੜੇ ਕਿ ਕਥਾਨਕ ਸੰਬੰਧੀ ਆਲੋਚਨਾਤਮਕ ਵਿਆਖਿਆ ਕਰੋ, ਇਹ ਆਪਾਂ ਕਰਨਾ। ਹਾਂਜੀ, ਹਨੇਰੇ ਨਾਲ ਨਾਵਲ ਆ ਜਿਹੜੀ ਕਿ ਹਰਪ੍ਰੀਤ ਸੇਖਾ ਦੀ ਰਚਨਾ, ਇਹਦਾ ਕਥਾਨਕ ਆ ਜਿਹੜੇ ਕਿ ਅਜੋਕੇ ਅੱਜ ਦੇ ਵਿਸ਼ਵੀਕਰਨ ਯੁੱਗ ਦੇ ਵਿੱਚ ਜਿਹੜਾ ਵਿਕਸਿਤ ਹੋ ਰਿਹਾ ਭਾਰਤੀ ਪੰਜਾਬ ਤੇ ਕੈਨੇਡਾ ਦੇ ਵਿੱਚ ਉੱਭਰ ਰਹੇ ਜਿਹੜੇ ਪੰਜਾਬੀ ਸਮਾਜ ਦਾ ਜੀਵਨ, ਉਹਦੇ ਵਿੱਚ ਉਹਦਾ ਜਿਹੜੇ ਕਿ ਇਹਦੇ ਵਿੱਚ ਕਥਾਨਕ ਲਿਆ ਗਿਆ ਉਸ ਜੀਵਨ ਦੇ ਵਿੱਚੋਂ। ਅਤੇ ਇਸ ਨਾਵਲ ਦਾ ਆਰੰਭ ਜਿਹੜੇ ਕਿ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਕੈਨੇਡਾ ਤੋਂ ਗੁਰਸੀਰ ਦੀ ਭੈਣ ਦੇ ਪਤੀ ਦੀ ਜਦੋਂ ਦੁਰਘਟਨਾ ਦੇ ਵਿੱਚ ਮੌਤ ਹੋ ਜਾਂਦੀ ਆ, ਤਾਂ ਉਸ ਦੀ ਮੌਤ ਦੀ ਘਟਨਾ ਨਾਲ ਜਿਹੜੇ ਕਿ ਖਬਰ ਨਾਲ ਜਿਹੜੇ ਕਿ ਘਰ ਦੇ ਵਿੱਚ ਰੋਣ ਧੋਣ ਪਿੱਟ ਸਿਆਪੇ ਜਿਹੜੇ ਕਿ ਮਾਹੌਲ ਹੋ ਜਾਂਦਾ, ਅਤੇ ਜਿਹਦੇ ਨਾਲ ਹੀ ਘਰ ਦੇ ਵਿੱਚ ਜਿਹੜੇ ਕਿ ਉਹਦੀ ਗੁਰਸੀਰ ਦੀ ਭੈਣ ਦੇ ਪਤੀ ਦੇ ਸੰਸਕਾਰ ਦੇ ਬਹਾਨੇ ਦੇ ਨਾਲ ਕੈਨੇਡਾ ਦੇ ਵਿੱਚ ਜਾਣ ਦਾ ਜਿਹੜੇ ਕਿ ਮੌਕੇ ਦਾ ਫਾਇਦਾ ਉਠਾਉਣਾ, ਠੀਕ ਆ, ਗੁਰਸੀਰ ਤੇ ਉਹਦੇ ਵੱਡੇ ਭਰਾ ਦਾ, ਇਹ ਜਿਹੜਾ ਕਿ ਮਾਹੌਲ ਇਹਦੇ ਵਿੱਚ ਦੱਸਿਆ ਗਿਆ, ਅਤੇ ਜਿਹਦੇ ਨਾਲ ਪਾਠਕਾਂ ਦੇ ਮਨ ਦੇ ਵਿੱਚ ਜਿਹੜੇ ਕਿ ਨਾਵਲ ਨੂੰ ਪੜ੍ਹਨ ਦੀ ਇੱਛਾ ਪੈਦਾ ਹੁੰਦੀ ਹੈ ਵੀ ਅੱਗੇ ਨਾਵਲ ਦੇ ਵਿੱਚ ਕੀ ਹੋਊਗਾ। ਤਾਂ ਇਸ ਤੋਂ ਪਿੱਛੋਂ ਨਾਵਲ ਦੇ ਵਿੱਚ ਜਿਹੜਾ ਕਿ ਗੁਰਸੀਰ ਜਿਹੜਾ ਇਸ ਨਾਵਲ ਦਾ ਮੁੱਖ ਪਾਤਰ ਹੈ, ਠੀਕ ਹੈ, ਗੁਰਸੀਰ ਪਹਿਲਾਂ। ਹਾਂਜੀ, ਅਤੇ ਜਿਹੜਾ ਕਿ ਨਾਵਲ ਦੇ ਵਿੱਚ ਗੁਰਸੀਰ ਪਹਿਲਾਂ ਆਪਣੇ ਜਿਹੜੀ ਕਿ ਭੈਣ ਦੇ ਪਤੀ ਦੇ ਸੰਸਕਾਰ ਦੇ ਬਹਾਨੇ ਕੈਨੇਡਾ ਚਲਾ ਜਾਂਦਾ, ਠੀਕ ਹੈ, ਫਿਰ ਉਹ ਉੱਥੋਂ ਆ ਜਾਂਦਾ, ਤਾਂ ਫਿਰ ਜਿਹੜੇ ਕਿ ਉਹ ਇੱਕ ਬਹਾਨਾ ਬਣਾਉਂਦੇ ਨੇ, ਕਿਉਂਕਿ ਉਹ ਇਮੀਗ੍ਰੇਸ਼ਨ ਦੇ ਨਾਲ ਜਿਹੜੇ ਕਿ ਉਹ ਮਤਲਬ ਕਿ ਕੈਨੇਡਾ ਦੇ ਵਿੱਚ ਜਾਣ ਦਾ ਜਿਹੜੇ ਕਿ ਇਮੀਗ੍ਰੇਸ਼ਨ ਦੇ ਨਾਲ ਸਲਾਹ ਮਸ਼ਵਰੇ 'ਤੇ ਉਹ ਇਹ ਬਹਾਨਾ ਬਣਾਉਂਦੇ ਨੇ ਕਿ ਕਿਸੇ ਡਾਕਟਰ ਤੋਂ ਲਿਖਾ ਲਿਆ ਜਾਵੇ ਕਿ ਉਹਦੀ ਭੈਣ ਆ ਜਿਹੜੀ ਕਿ ਡਿਪਰੈਸ਼ਨ ਦੇ ਵਿੱਚ ਆ, ਅਤੇ ਡਿਪਰੈਸ਼ਨ ਦੇ ਵਿੱਚ ਹੋਣ ਕਰਕੇ ਉਹਨੂੰ ਕੋਈ ਫੈਮਿਲੀ ਮੈਂਬਰ ਆ ਜਿਹੜੇ ਕਿ ਨਜ਼ਦੀਕੀ ਚਾਹੀਦਾ ਉਹਦੇ ਕੋਲ, ਤਾਂ ਜਿਹੜੇ ਕਿ ਇਹ ਸਲਾਹ ਲੈ ਕੇ ਜਿਹੜੇ ਕਿ ਉਹਨੇ ਜਿਹੜੇ ਕਿ ਦੁਬਾਰਾ ਤੋਂ ਗੁਰਸੀਰ ਹੈ ਜਿਹੜੇ ਕਿ ਆਪਣਾ ਵੀਜ਼ਾ ਲਵਾ ਕੇ ਕੈਨੇਡਾ ਪਹੁੰਚ ਜਾਂਦਾ, ਅਤੇ ਡਰਾਈਵਿੰਗ ਲਾਇਸੈਂਸ ਲੈਣ ਦੇ ਮਗਰੋਂ ਫਿਰ ਉਹ ਇਮੀਗ੍ਰੇਸ਼ਨ ਸਲਾਹਕਾਰ ਰਾਹੀਂ ਸ਼ਮਿੰਦਰ ਤੋਂ ਡਾਲਰਾਂ ਦੇ ਵਿੱਚ ਮੋਟੀ ਰਕਮ ਦੇ ਕੇ LMIA ਖਰੀਦਣ, ਅਤੇ ਉਸ ਤੋਂ ਬਾਅਦ ਉਸਤਾਦ ਨਾਲ BC ਤੋਂ ਮੌਂਟਰੀਅਲ ਤੱਕ ਟਰੱਕ ਚਲਾਉਣਾ, GPS ਦੇ ਬਾਵਜੂਦ ਗੁਰਸੀਰ ਦਾ ਰਸਤੇ ਤੋਂ ਭਟਕਣਾ, ਪਹਿਲੇ ਗੇੜੇ ਵਿੱਚ ਹੀ ਉਸਤਾਦ ਗੁਰਸੀਰ ਦੇ ਕੰਪਨੀ ਨੂੰ ਜੁਰਮਾਨਾ ਲੱਗਣਾ, ਠੀਕ ਆ, ਸ਼ਮਿੰਦਰ ਦਾ ਗੁਰਸੀਰ ਨੂੰ ਪੇ ਦੇਣ ਦੇ ਵਿੱਚ ਬਹੁਤ ਸਾਰੀਆਂ ਨਜਾਇਜ਼ ਕਟੌਤੀਆਂ ਲਗਾ ਕੇ ਜੁਰਮਾਨਾ ਲਗਾ ਕੇ ਉਹਦੇ ਸਿਰ 'ਤੇ 1000 ਰੁਪਏ ਉਹਦੇ ਵੱਲ ਕੱਢਣਾ, ਅਤੇ ਗੁਜ਼ਾਰੇ ਲਈ ਸਿਰਫ ਉਹਨੂੰ $1500 ਉਧਾਰ ਦੇਣਾ, ਠੀਕ ਹੈ, ਇਹ ਵੀ ਮਤਲਬ ਕਿ ਉਹਨੇ ਉਧਾਰ ਦਿੱਤੀ ਸੀ। ਇਹ ਸਾਰੇ ਦੇ ਵਿੱਚ ਵਰਣਨ ਕੀਤਾ ਹੋਇਆ ਕਥਾਨਕ 'ਚ। ਫਿਰ ਇੱਕ ਵਾਰ ਮੌਂਟਰੀਅਲ ਤੋਂ ਜਦੋਂ ਉਹ ਵਾਪਸ ਆ ਰਹੇ ਸੀ ਤਾਂ ਉਸਤਾਦ ਦਾ ਐਡਮਿੰਟਨ ਪਹੁੰਚ ਕੇ ਬਿਮਾਰ ਹੋਣ ਕਰਕੇ ਬਰਫ਼ਬਾਰੀ ਦੇ ਬਹਾਨੇ ਰੁਕਣਾ, ਫਿਰ ਗੁਰਸੀਰ ਦਾ ਆਪਣੀ ਇੰਡੀਆ ਤੋਂ ਜਿਹੜੀ ਉਹਦੀ ਪਤਨੀ ਉਹਨੇ ਬੁਲਾ ਲਈ ਸੀ ਅੰਮ੍ਰਿਤ ਦੇ ਨਾਲ ਗੁਰਸੀਰ ਦਾ ਵਿਆਹ ਹੋਇਆ ਵਾ ਹੁੰਦਾ ਸੀ, 1 ਮਹੀਨਾ ਹੀ ਹੁੰਦਾ ਸੀ ਜਦੋਂ ਉਹ ਕੈਨੇਡਾ ਜਿਹੜੇ ਕਿ ਚਲਾ ਜਾਂਦਾ, ਉਹਦੀ ਜੋਬ ਦਾ ਫਿਰ ਉਹਨੂੰ ਉੱਥੇ ਬੁਲਾ ਲੈਂਦਾ, ਠੀਕ ਹੈ, ਉਹਦੀ ਜੋਬ ਦਾ ਇੰਟਰਵਿਊ ਦੇਣ ਲਈ ਜਾਣਾ ਸੀ, ਠੀਕ ਹੈ, ਉੱਥੇ ਫਿਰ ਨਾ ਰੁਕ ਸਕਿਆ ਉਹਦੇ ਇੰਟਰਵਿਊ ਦੇ ਲਈ, ਅਤੇ ਰਸਤੇ ਵਿੱਚ ਜਿਹੜੇ ਕਿ ਚਾਈਨਾ ਚੜ੍ਹਾਉਣ ਸਮੇਂ ਗੁਰਸੀਰ ਦਾ ਬਰਫੀਲੀ ਬਰਫ਼ ਦੇ ਨਾਲ ਬੁਰਾ ਹਾਲ ਹੋਣਾ, ਉਹਦਾ ਅੰਮ੍ਰਿਤ ਦੇ ਨਾਲ ਇੰਟਰਵਿਊ 'ਤੇ ਫਿਰ ਜਾਣ 'ਤੇ LMIA ਵੇਚਣ ਦਾ ਢੋਂਗ ਹੋਣ ਦਾ ਜਿਹੜਾ ਕਿ ਪਤਾ ਲੱਗਣਾ, ਨਿਰਾਸ਼ ਹੋਣਾ, ਅਤੇ ਫਿਰ ਗੁਰਸੀਰ ਤੇ ਉਹਦੇ ਭਰਾ ਦਾ ਜਿਹੜੇ ਕਿ ਇਮੀਗ੍ਰੇਸ਼ਨ ਸਲਾਹਕਾਰ, ਅਤੇ ਜਿਹੜਾ ਕਿ ਇਮੀਗ੍ਰੇਸ਼ਨ ਸਲਾਹਕਾਰ ਸੀ ਹਰਵੀਰ, ਉਹਨੂੰ ਮਿਲਣਾ, ਉਸ ਤੋਂ ਪਿੱਛੋਂ ਜਿਹੜੇ ਕਿ ਘੱਟੇ ਭਰਿਆ ਟੇਪਿੰਗ ਦਾ ਕੰਮ ਕਰਨ ਵਾਲੇ ਮੱਖਣ ਨੂੰ ਮਿਲਣਾ, ਠੀਕ ਹੈ, ਅਤੇ
ਉਹਦਾ ਕਾਮਿਆਂ ਦਾ ਜਿਹੜੇ ਕਿ ਖੂਨ ਨਿਚੋੜਨ ਵਾਲੇ ਔਖੇ ਤੋਂ ਔਖੇ ਕੰਮ ਤੇ LMI ਦੇ ਰੇਟ ਬਾਰੇ ਦੱਸਣਾ, ਰਿਪਨ ਦਾ ਲਾਇਸੈਂਸ ਜ਼ਬਤ ਹੋਣਾ ਤੇ ਉਸਤਾਦ ਦਾ ਗੁਰਸੀਰ ਨੂੰ ਸ਼ਮਿੰਦਰ ਨੂੰ ਦੀ PNP ਦੀ ਅਰਜ਼ੀ ਤੋਂ ਵਾਂਝਾ ਰੱਖਣ ਦੀ ਨੀਤੀ ਬਾਰੇ ਦੱਸਣਾ। ਫਿਰ ਗੁਰਸੀਰ ਦਾ BC ਦਾ ਲਾਇਸੈਂਸ ਲੈਣਾ ਤੇ IELTS ਪਾਸ ਕਰਨਾ, ਸ਼ਮਿੰਦਰ ਤੋਂ ਉਹਦੇ ਰਾਹ ਦੇ ਵਿੱਚ ਅੜਿੱਕੇ ਪੈਦਾ ਕਰਨਾ ਤੇ ਉਸ ਦੁਆਰਾ ਜਰਾ ਕੁ ਅੜਨ ਤੇ ਜਿਹੜੇ ਕਿ ਕੰਮ ਲਈ ਉਹਨੂੰ ਕੰਮ ਛੱਡਣ ਲਈ ਕਹਿਣਾ, ਠੀਕ ਹੈ, ਸ਼ਮਿੰਦਰ ਦੁਆਰਾ। ਤੇ ਗੁਰਸੀਰ ਦੁਆਰਾ ਸਪੋਂਸਰਸ਼ਿਪ ਲੈਟਰ ਤੇ ਐਕਸਪੀਰੀਅੰਸ ਸਰਟੀਫਿਕੇਟ ਮੰਗਣ ਤੇ ਸ਼ਮਿੰਦਰ ਦਾ ਟਾਲ ਮਟੋਲ ਕਰਨਾ, ਉਹਨੂੰ ਫਿਰ ਜਿਹੜੇ ਕਿ ਲੜਨਾ ਫੜਾਉਣਾ ਉਸਨੂੰ। ਤੇ ਦੂਜੇ ਪਾਸੇ ਸਪੇਨ ਤੋਂ ਆ ਰਿਹਾ ਜਿਹੜੇ ਕਿ ਕੈਨੇਡਾ ਦੇ ਵਿੱਚ ਸੈਟਲ ਹੋਣ ਲਈ ਆਉਂਦਾ ਕਰਨਵੀਰ, ਠੀਕ ਹੈ। ਇਹ ਸਪੇਨ ਦੇ ਵਿੱਚ ਸਟੂਡੈਂਟ ਸੀ ਬਟ ਉਹਨੇ ਸਟੱਡੀ ਨਹੀਂ ਕੀਤੀ ਤਾਂ ਉੱਥੇ ਕੰਮ ਕਰਨ ਲੱਗਾ ਸੀ। ਉਸ ਤੋਂ ਬਾਅਦ ਜਿਹੜੇ ਕਿ ਉਹ ਕੈਨੇਡਾ ਦੇ ਵਿੱਚ ਆਇਆ ਸੀ। ਇਮੀਗ੍ਰੇਸ਼ਨ ਸਲਾਹਕਾਰ ਚਿੱਟੀ ਦੀ ਜਿਹੜੀ ਕਿ ਸਲਾਹ ਉੱਤੇ ਚੱਲਦਿਆਂ ਡਰਾਈਵਿੰਗ ਨਿਯਮਾਂ ਦਾ ਟੈਸਟ ਦੇਣ ਤੇ ਟਰੱਕ ਦਾ ਡਰਾਈਵਿੰਗ ਲਾਇਸੈਂਸ ਲੈਣ ਲਈ ਜਿਹੜੇ ਕਿ ਵੱਖ-ਵੱਖ ਡਰਾਈਵਿੰਗ ਸਕੂਲਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਨੇ। ਇਸ ਤਰ੍ਹਾਂ ਇਹਨਾਂ ਦੀ ਸਾਰੀ ਜਿਹੜੀ ਕਿ ਖੱਜਲ ਖੁਆਰੀ ਇਸ ਨਾਵਲ ਦਾ ਕਥਾਨਕ ਇਹ ਜਿਹੜੇ ਕਿ ਬਣਾਇਆ ਗਿਆ। ਫਿਰ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਕੇ ਚਿੱਟੀ ਰਾਹੀਂ ਜਿਹੜੇ ਕਿ ਸ਼ਮਿੰਦਰ ਤੋਂ ਡਾਲਰ ਦੇ ਵਿੱਚ ਮੋਟੀ ਰਕਮ ਲੈ ਕੇ LMI ਭਾਵ ਕਿ ਜਿਹੜੀਆਂ ਵੀ ਇਸ ਦੇ ਵਿੱਚ ਜਿਹੜੀਆਂ ਵੀ ਘਟਨਾਵਾਂ ਹੋਈਆਂ ਨੇ ਉਹਨਾਂ ਨੂੰ ਸਾਰੀਆਂ ਨੂੰ ਕਾਮਿਆਂ ਦੇ ਵਿੱਚ ਵੇਰਵਾ ਦੇਣਾ ਵੀ ਇਹ ਸਾਰੀ ਚੀਜ਼ਾਂ ਕਥਾਨਕ ਦੇ ਵਿੱਚ ਸ਼ਾਮਲ ਆ। ਤੇ ਫਿਰ ਟਰੱਕ ਡਰਾਈਵਰ ਬਣਨਾ, ਸ਼ਮਿੰਦਰ ਦਾ ਉਹਨੂੰ ਗੁਰਸੀਰ ਦੇ ਨਾਲ ਤੋਰਨਾ ਤੇ ਸ਼ਮਿੰਦਰ ਦੇ ਰਵੱਈਏ ਤੋਂ ਦੁਖੀ ਹੋ ਕੇ ਭਰੇ ਪੀਤੇ ਗੁਰਸੀਰ ਦਾ ਕਰਨਵੀਰ ਦੇ ਪ੍ਰਤੀ ਰੁੱਖਾ ਸੁਭਾਅ ਹੋਣਾ, ਭਾਵ ਕਿ ਜਿਹੜੇ ਕਿ ਗੁਰਸੀਰ ਦੇ ਪ੍ਰਤੀ ਰੁੱਖਾ ਰਵੱਈਆ ਅਪਣਾਉਂਦਾ ਸੀ ਸ਼ਮਿੰਦਰ, ਤਾਂ ਫਿਰ ਗੁਰਸੀਰ ਆ ਜਿਹੜੇ ਕਿ ਆਪਣਾ ਰੁੱਖਾ ਰਵੱਈਆ ਅਪਣਾ ਰਿਹਾ ਸੀ ਕਰਨਵੀਰ ਦੇ ਪ੍ਰਤੀ, ਠੀਕ ਹੈ। ਤੇ ਫਿਰ ਕਰਨਵੀਰ ਦੇ ਨਿਮਰਤਾ ਤੇ ਤਰਲੇ ਭਰੇ ਰਵੱਈਏ ਨੂੰ ਦੇਖ ਕੇ ਉਸਤਾਦ ਦੇ ਨਾਲ ਗੁਜ਼ਾਰੇ ਆਪਣੇ ਦਿਨਾਂ ਨੂੰ ਯਾਦ ਕਰਕੇ ਗੁਰਸੀਰ ਦਾ ਕਰਨਵੀਰ ਦੇ ਨਾਲ ਫਿਰ ਤੋਂ ਸਹਿਯੋਗ ਰੱਖਣਾ ਤੇ ਉਹਨੂੰ ਟ੍ਰੇਨਿੰਗ ਦੇਣ ਲਈ ਤਿਆਰ ਹੋ ਜਾਣਾ। ਅੰਤਰ ਟਰੱਕ ਚਲਾਉਂਦੇ ਆਪ ਕਿਸੇ ਹਨੇਰੀ ਗੁਫਾ ਦੇ ਨਾਲ ਜਾਂਦਾ ਜਿਹੜੇ ਕਿ ਅਨੁਭਵ ਕਰਨਾ, ਭਾਵ ਕਿ ਆਪਣੇ ਆਪ ਨੂੰ ਜਿਹੜੇ ਕਿ ਹਨੇਰੀ ਗੁਫਾ ਦੇ ਨਾਲ ਜਿਹੜੇ ਕਿ ਕੰਪੇਅਰ ਕਰਦੇ ਨੇ ਵੀ ਜਿਵੇਂ ਹਨੇਰੀ ਗੁਫਾ ਦੇ ਵਿੱਚ ਹਨੇਰਾ ਖਤਮ ਹੀ ਨਹੀਂ ਹੁੰਦਾ, ਐਵੇਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਕਿ ਉਲਝਣਾਂ ਖਤਮ ਹੀ ਨਹੀਂ ਹੋ ਰਹੀਆਂ ਸੀ। ਤੇ ਇਸ ਨਾਵਲ ਦੀਆਂ ਜਿਹੜੇ ਕਿ ਨਾਵਲ ਦੀਆਂ ਯਥਾਰਥਕ ਤੇ ਕੁਦਰਤੀ ਘਟਨਾਵਾਂ ਨੇ ਤੇ ਇਸ ਕਥਾਨਕ ਦੇ ਵਿੱਚ ਥਾਂ ਥਾਂ ਤੇ ਗੁੰਝਲਾਂ, ਤਣਾਅ ਤੇ ਟਕਰਾਓ ਪੈਦਾ ਹੁੰਦਾ ਤੇ ਜਿਸ ਕਰਕੇ ਇਸ ਨਾਵਲ ਦੇ ਵਿੱਚ ਲਟਕਾਓ, ਰੋਚਕਤਾ, ਉਤਸੁਕਤਾ, ਦਿਲਚਸਪੀ ਮੁੱਢ ਤੋਂ ਲੈ ਕੇ ਅਖੀਰ ਤੱਕ ਬਣੀ ਰਹਿੰਦੀ ਆ। ਇਸ ਤਰ੍ਹਾਂ ਨਾਵਲ ਦੀ ਜਿਹੜੀ ਕਿ ਕਹਾਣੀ ਬਹੁਤ ਸਾਰੇ ਉਤਰਾਵਾਂ ਚੜਾਵਾਂ ਦੇ ਵਿੱਚੋਂ ਲੰਘਦੀ ਹੋਈ ਅੰਤ ਦੇ ਵਿੱਚ ਝਟਪਟਾ ਤੇ ਅਚੰਭੇ ਭਰਿਆ ਤਰੀਕੇ ਨਾਲ ਸੁਝਾਊ ਤੇ ਸਿਖਰ ਤੇ ਪਹੁੰਚਦੀ ਹੈ ਤੇ ਸਿਖਰ ਤੇ ਪਹੁੰਚ ਕੇ ਜਿਹੜੇ ਕਿ ਦੁਖਾਂਤਰ ਭਾਵ ਛੱਡਦੀ ਹੋਈ ਖਤਮ ਹੁੰਦੀ ਹੈ ਤੇ ਅੰਤ ਦੇ ਵਿੱਚ ਇਸ ਤਰ੍ਹਾਂ ਜਾਪਦਾ ਕਿ ਇਹ ਕਹਾਣੀ ਅੰਤ ਤੋਂ ਕਹਾਣੀ ਖਤਮ ਹੋ ਕੇ ਵੀ ਅੱਗੇ ਚੱਲ ਰਹੀ ਹੈ ਤੇ ਅੱਗੇ ਵਧੇਰੇ ਗੁੰਝਲਾਂ, ਤਣਾਅ ਤੇ ਟਕਰਾਅ ਨੂੰ ਜਨਮ ਦੇਵੇਗੀ ਤੇ ਨਾਵਲ ਦਾ ਅੰਤ ਪਰੇਸ਼ਾਨੀ ਤੇ ਅਚੰਭਾ ਪੈਦਾ ਕਰਨ ਵਾਲਾ ਦੁਖਾਂਤਕ ਹੈ। ਤੇ ਇਸ ਨਾਵਲ ਦੇ 14 ਕਾਂਡ ਨੇ ਤੇ ਇਸ ਦੇ ਵਿੱਚ 2 ਕਹਾਣੀਆਂ ਲਗਾਤਾਰ ਆਪਸ ਦੇ ਵਿੱਚ ਜਿਹੜੇ ਕਿ ਚੱਲਦੀਆਂ ਨੇ। ਪਹਿਲੀ ਕਹਾਣੀ ਤਾਂ ਗੁਰਸੀਰ ਨਾਲ ਸੰਬੰਧਿਤ ਆ ਤੇ ਦੂਜੀ ਕਰਨਵੀਰ ਨਾਲ ਸੰਬੰਧਿਤ ਆ। ਗੁਰਸੀਰ ਪਹਿਲਾਂ ਦੁਬਈ ਦੇ ਵਿੱਚ ਟਰੱਕ ਚਲਾਉਂਦਾ ਸੀ ਤੇ ਇਸ ਕਰਕੇ ਜਿਹੜੇ ਕਿ ਦੁਬਈ ਦੇ ਵਿੱਚ ਟਰੱਕ ਚਲਾਉਂਦਾ ਸੀ ਤਾਂ ਉਹ ਵਿਆਹ ਕਰਕੇ ਇੱਧਰ ਆਇਆ ਸੀ। ਫਿਰ ਉਸ ਤੋਂ ਬਾਅਦ ਜਿਹੜੇ ਕਿ ਉਹ ਕੈਨੇਡਾ ਚਲਾ ਗਿਆ ਸੀ ਜਦੋਂ ਉਹਦੇ ਭੈਣ ਦੇ ਪਤੀ ਦੀ ਡੈਥ ਹੋ ਗਈ ਸੀ। ਤਾਂ ਇਸ ਕਰਕੇ LMIA ਲੈ ਕੇ ਥੋੜ੍ਹੇ ਸਮੇਂ ਦੇ ਵਿੱਚ ਟਰੱਕ ਡਰਾਈਵਰ ਬਣ ਜਾਣਾ ਤੇ ਦੂਜੇ ਪਾਸੇ ਤੇ ਦੂਜੀ ਕਹਾਣੀ ਹੈਗੀ ਹੈ ਕਰਨਵੀਰ ਦੀ ਜਿਹੜਾ ਕਿ ਸਪੇਨ ਤੋਂ ਕੈਨੇਡਾ ਆਇਆ ਸੀ, ਠੀਕ ਹੈ। ਤੇ ਇਹ ਪਹਿਲਾਂ ਸਪੇਨ ਦੇ ਵਿੱਚ ਸਟੂਡੈਂਟ ਸੀ ਬਟ ਫਿਰ ਬਾਅਦ ਦੇ ਵਿੱਚ ਜਦੋਂ ਉਹਨੂੰ ਪਤਾ ਲੱਗਦਾ ਕਿ ਕੈਨੇਡਾ ਦੇ ਵਿੱਚ ਅਸੀਂ ਜਿਹੜੇ ਕਿ ਆਪਣੇ ਭੈਣ ਭਰਾ ਨੂੰ ਬੁਲਾ ਸਕਦੇ ਨੇ, ਜਿਸ ਕਰਕੇ ਦੁਬਾਰਾ ਕੈਨੇਡਾ ਦੇ ਵਿੱਚ ਜਿਹੜੇ ਕਿ ਜਾਣ ਬਾਰੇ ਸੋਚਦਾ। ਕੈਨੇਡਾ ਦੇ ਵਿੱਚ ਪਹਿਲਾਂ ਇਹ ਸਪੇਨ ਦੇ ਵਿੱਚ ਸੀ ਤਾਂ ਕੈਨੇਡਾ ਦੇ ਵਿੱਚ ਜਾਣ ਦੇ ਲਈ ਜਿਹੜੇ ਕਿ ਇਹਦਾ ਚਚੇਰਾ ਭਰਾ ਹੁੰਦਾ, ਉਹਦੇ ਚਚੇਰੇ ਭਰਾ ਦੇ ਜਿਹੜੇ ਕਿ ਪੁੱਤਰ ਦੇ ਜਨਮ ਦਿਨ ਦੇ ਮੌਕੇ ਤੇ ਜਿਹੜੇ ਕਿ ਉਹ ਜਾਂਦਾ ਕੈਨੇਡਾ। ਤੇ ਕਰਨਵੀਰ ਕੋਲ ਕਾਰ ਡਰਾਈਵਿੰਗ ਲਾਇਸੈਂਸ ਸੀ ਜਿਸ ਕਰਕੇ ਫਿਰ ਉਹਨੂੰ ਟਰੱਕ ਡਰਾਈਵਿੰਗ ਸਿੱਖਣਾ ਤੇ ਫਿਰ ਡਰਾਈਵਿੰਗ ਲਾਇਸੈਂਸ ਲੈਣ ਦੇ ਲਈ ਟਰੱਕ ਡਰਾਈਵਿੰਗ ਲਾਇਸੈਂਸ ਲੈਣ ਲਈ ਵਧੇਰੇ ਖੇਚਲ ਹੋਣਾ ਪਿਆ। ਤੇ ਨਾਵਲ ਦੇ ਵਿੱਚ 2 ਗੌਣ ਕਹਾਣੀਆਂ ਵੀ ਨੇ ਜਿਸ ਦੇ ਵਿੱਚ ਇੱਕ ਕੈਨੇਡਾ ਵਿੱਚ ਇੱਕ ਵਿਜ਼ਿਟਰ ਦੇ ਤੌਰ ਤੇ ਆਏ ਗੁਰਸੀਰ ਦੇ ਨਾਲ ਬਲਵੀਰ ਨਾਲ ਵੀ ਸੰਬੰਧਿਤ ਆ, ਠੀਕ ਆ। ਬਲਵੀਰ ਜਿਹੜਾ ਕਿ ਗੁਰਸੀਰ ਦਾ ਵੱਡਾ ਭਰਾ ਸੀ ਤੇ ਦੂਜੀ ਕਰਨਵੀਰ ਦੁਆਰਾ ਜੀਤੀ ਦੇ ਨਾਲ ਵਿਆਹ ਕਰਵਾਉਣ ਦੀ, ਠੀਕ ਹੈ, ਤੇ ਉਹਨੂੰ ਆਪਣੀ ਗਰਲਫਰੈਂਡ ਬਣਾਉਣ ਦੇ ਨਾਲ ਆ। ਪਰ ਉਹ ਆਪਣੇ ਮਕਸਦ ਦੇ ਵਿੱਚ ਜਿਹੜੇ ਕਿ ਕਾਮਯਾਬ ਨਹੀਂ ਹੁੰਦਾ ਕਰਨਵੀਰ, ਠੀਕ ਹੈ। ਕਰਨਵੀਰ ਦਾ ਜੀਤੀ ਨਾਲ ਜਿਹੜੇ ਕਿ ਵਿਆਹ ਨਹੀਂ ਹੁੰਦਾ ਤੇ ਪਹਿਲੀ ਕਹਾਣੀ ਯਥਾਰਥਕ ਹੈ ਤੇ ਦੂਜੀ ਯਥਾਰਥਕ ਤੇ ਰੋਮਾਂਟਿਕ ਹੈ ਤੇ ਇਹ ਕਹਾਣੀਆਂ ਵੀ ਨਾਵਲ ਦੇ ਵਿੱਚ ਰੋਚਕਤਾ ਪੈਦਾ ਕਰਦੀਆਂ ਨੇ ਤੇ ਨਾਵਲ ਦੇ ਵਿੱਚ ਸਮੇਂ ਤੇ ਸਥਾਨ ਦੀ ਏਕਤਾ
ਤਾਂ ਨਹੀਂ, ਕਿਉਂਕਿ ਘਟਨਾਵਾਂ ਲੰਬੇ ਸਮੇਂ ਦੇ ਵਿੱਚ ਭਾਰਤ ਦੇ ਕਿਸੇ ਪਿੰਡ ਤੋਂ ਇਲਾਵਾ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵਾਪਰਦੀਆਂ ਨੇ। ਤੇ ਇਸ ਨਾਵਲ ਦੇ ਵਿੱਚ ਵੱਖ-ਵੱਖ ਕਹਾਣੀਆਂ ਦੇ ਵੱਖ-ਵੱਖ ਕਾਂਡਾਂ ਦੇ ਵਿੱਚ ਵਾਪਰਨ ਨਾਲ ਪ੍ਰਭਾਵ ਦੀ ਏਕਤਾ ਵਿੱਚ ਜ਼ਰੂਰ ਕੁਛ ਗੜਬੜ ਆ, ਪਰੰਤੂ ਅੰਤ ਦੇ ਵਿੱਚ ਦੋਹਾਂ ਮੁੱਖ ਕਹਾਣੀਆਂ ਦੇ ਇਕੱਠੇ ਹੋਣ ਦੇ ਨਾਲ ਕਹਾਣੀ ਵਧੇਰੇ ਰੋਚਕ ਤੇ ਕਸ਼ਮਕਸ਼ ਆ ਜਿਹੜੀ ਕਿ ਬਣੀ ਰਹਿੰਦੀ ਹੈ ਕਹਾਣੀ ਦੇ ਵਿੱਚ, ਤੇ ਪਾਠਕਾਂ ਦੇ ਮਨ ਉੱਤੇ ਡੂੰਘਾ ਪ੍ਰਭਾਵ ਪੈਂਦਾ। ਤੇ ਇਹਨਾਂ ਦੇ ਆਧਾਰ ਤੇ ਆਪਾਂ ਕਹਿ ਸਕਦੇ ਕਿ ਇਸ ਨਾਵਲ ਦੇ ਕਥਾਨਕ ਨੂੰ ਕਲਾਮਈ ਵਿਸ਼ੇਸ਼ਤਾਵਾਂ ਨਾਲ ਭਰਪੂਰ ਜਿਹੜੇ ਕਿ ਕਿਹਾ ਜਾ ਸਕਦਾ।